ਜੈ ਪੀਰਾਂ ਦੀ। ਅੱਜ ਅਸੀਂ ਤੁਹਾਡੇ ਨਾਲ ਇੱਕ ਛੋਟਾ ਜਿਹਾ ਕਿੱਸਾ, ਇੱਕ ਛੋਟੀ ਜਿਹੀ ਕਹਾਣੀ ਸਾਂਝੀ ਕਰਨ ਜਾ ਰਹੇ ਹਾਂ ਜੋ ਕਿ ਬਾਬਾ ਸ਼ੇਖ ਫਰੀਦ ਜੀ ਨਾਲ ਸੰਬੰਧਿਤ ਹੈ। ਕਿ ਬਾਬਾ ਸ਼ੇਖ ਫਰੀਦ ਜੀ ਨੂੰ ਹਜ਼ਰਤ ਬਾਬਾ ਸ਼ੇਖ ਫਰੀਦ ਜੀ ਸ਼ਕਰਗੰਜ ਕਿਉਂ ਕਿਹਾ ਜਾਂਦਾ ਹੈ, ਕਿ ਬਾਬਾ ਜੀ ਦਾ ਨਾਮ ਸ਼ਕਰਗੰਜ ਕਿਉਂ ਪਿਆ, ਇਸ ਪਿੱਛੇ ਕੀ ਕਹਾਣੀ ਜੁੜੀ ਹੋਈ ਹੈ। ਸੋ ਇਹ ਸਭ ਜਾਣਨ ਦੇ ਲਈ ਸਾਡੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਜੇ ਵੀਡੀਓ ਚੰਗੀ ਲੱਗੇ ਤਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ। ਹਜ਼ਰਤ ਬਾਬਾ ਸ਼ੇਖ ਫਰੀਦ ਜੀ, ਜਿਨ੍ਹਾਂ ਨੂੰ ਅਸੀਂ ਫਰੀਦੋਦੀਨ ਮਸੂਦ ਬਾਬਾ ਸ਼ੇਖ ਫਰੀਦ ਜੀ, ਹਜ਼ਰਤ ਬਾਬਾ ਸ਼ੇਖ ਫਰੀਦ ਜੀ ਸ਼ਕਰਗੰਜ ਦੇ ਨਾਮ ਤੋਂ ਜਾਣਦੇ ਹਾਂ। ਬਾਬਾ ਜੀ ਦਾ ਜਨਮ ਕੋਠੇਵਾਲ ਪਿੰਡ ਵਿੱਚ, ਜ਼ਿਲ੍ਹਾ ਮੁਲਤਾਨ ਵਿੱਚ 1173 ਈਸਵੀ ਵਿੱਚ ਹੋਇਆ ਸੀ। ਬਾਬਾ ਸ਼ੇਖ ਫਰੀਦ ਜੀ ਦੇ ਪਿਤਾ ਜੀ ਦਾ ਨਾਮ ਸ਼ੇਖ ਜਮਾਲੁਦੀਨ ਸੁਲੇਮਾਨ ਸੀ ਤੇ ਮਾਤਾ ਜੀ ਦਾ ਨਾਮ ਬੀਬੀ ਕਰਸੂਮ ਸੀ। ਬਾਬਾ ਸ਼ੇਖ ਫਰੀਦ ਜੀ ਦੇ ਦੋ ਭਰਾ ਤੇ ਇੱਕ ਭੈਣ ਸੀ। ਬਾਬਾ ਸ਼ੇਖ ਫਰੀਦ ਜੀ ਦੀ ਮਾਤਾ ਜੀ, ਜੋ ਕਿ ਬਹੁਤ ਹੀ ਨੇਕ ਦਿਲ ਇਨਸਾਨ ਸੀ ਤੇ ਹਰ ਸਮੇਂ ਰੱਬ ਦੀ ਇਬਾਦਤ ਕਰਦੇ ਰਹਿੰਦੇ ਸੀ। ਉੱਠਦੇ ਬੈਠਦੇ, ਕੰਮ ਕਰਦੇ, ਤੁਰਦੇ ਫਿਰਦੇ ਰੱਬ ਦਾ ਨਾਮ ਸਿਮਰਨ ਜਪਦੇ ਰਹਿੰਦੇ ਸੀ ਤੇ ਉਹਨਾਂ ਨੇ ਹੀ ਬਾਬਾ ਫਰੀਦ ਜੀ ਨੂੰ ਵੀ ਰੱਬ ਦੇ ਨਾਮ ਸਿਮਰਨ ਨਾਲ ਜੋੜਿਆ ਸੀ। ਛੋਟੀ ਉਮਰ ਵਿੱਚ ਹੀ ਉਹਨਾਂ ਨੂੰ ਰੱਬ ਦੀ ਇਬਾਦਤ ਕਰਨ ਦੇ ਲਈ ਦੱਸਿਆ ਗਿਆ ਤੇ ਉਹਨਾਂ ਨੂੰ ਆਪਣੇ ਨਾਲ ਹੀ ਬਿਠਾਉਂਦੇ ਸੀ ਤਾਂ ਜੋ ਰੱਬ ਦਾ ਨਾਮ ਸਿਮਰਨ ਕੀਤਾ ਜਾਵੇ। ਇਸ ਤਰ੍ਹਾਂ ਬਾਬਾ ਸ਼ੇਖ ਫਰੀਦ ਜੀ ਹੌਲੀ ਹੌਲੀ ਰੱਬ ਤੇ ਵਿਸ਼ਵਾਸ ਕਰਨ ਲੱਗ ਗਏ ਤੇ ਰੱਬ ਦੀ ਇਬਾਦਤ ਵਿੱਚ ਹੀ ਲੀਨ ਹੋ ਗਏ। ਬਾਬਾ ਸ਼ੇਖ ਫਰੀਦ ਜੀ ਨੂੰ ਸ਼ਕਰਗੰਜ ਕਿਉਂ ਕਿਹਾ ਜਾਂਦਾ ਹੈ, ਇਸ ਨਾਲ ਜੁੜੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਇਹ ਗੱਲ ਉਸ ਸਮੇਂ ਦੀ ਹੈ ਜਿਸ ਸਮੇਂ ਬਾਬਾ ਫਰੀਦ ਜੀ ਛੋਟੀ ਉਮਰ ਵਿੱਚ ਸੀ। ਉਸ ਸਮੇਂ ਬਾਬਾ ਫਰੀਦ ਜੀ ਨੂੰ ਇਹ ਨਹੀਂ ਪਤਾ ਸੀ ਕਿ ਰੱਬ ਦੀ ਇਬਾਦਤ ਕਿਉਂ ਕੀਤੀ ਜਾਂਦੀ ਹੈ, ਇਸ ਨਾਲ ਕੀ ਹੁੰਦਾ ਹੈ, ਕੀ ਕੁਝ ਹੋ ਸਕਦਾ ਹੈ। ਉਸ ਸਮੇਂ ਬਾਬਾ ਫਰੀਦ ਜੀ ਰੱਬ ਦੀ ਇਬਾਦਤ ਨਹੀਂ ਕਰਦੇ ਸੀ ਤੇ ਕਿਉਂਕਿ ਉਹਨਾਂ ਦਾ ਖੇਡਣ ਦੇ ਵਿੱਚ ਧਿਆਨ ਰਹਿੰਦਾ ਸੀ। ਉਸ ਸਮੇਂ ਬਾਬਾ ਫਰੀਦ ਜੀ ਦੀ ਮਾਤਾ ਜੀ ਨੇ ਸੋਚਿਆ ਕਿ ਇਹਨਾਂ ਨੂੰ ਕਿਸ ਤਰ੍ਹਾਂ ਰੱਬ ਦੀ ਇਬਾਦਤ ਵਿੱਚ ਲਾਇਆ ਜਾਵੇ। ਉਹਨਾਂ ਨੇ ਕਿਹਾ ਕਿ ਜੇ ਤੂੰ ਨਮਾਜ਼ ਅਦਾ ਕਰੇਗਾ ਤਾਂ ਤੈਨੂੰ ਮੈਂ ਕੁਝ ਖਾਣ ਲਈ ਦਵਾਂਗੀ। ਤੇ ਬਾਬਾ ਫਰੀਦ ਜੀ ਦੀ ਮਾਤਾ ਜੀ ਨੇ ਬਾਬਾ ਫਰੀਦ ਜੀ ਨੂੰ ਰੱਬ ਦੀ ਇਬਾਦਤ ਕਰਨ ਦੇ ਲਈ ਉਸ ਦੇ ਪਿੱਛੇ ਉਹਨਾਂ ਨੇ ਇੱਕ ਲਾਲਚ ਦੇ ਦਿੱਤਾ ਕਿ ਜੇ ਤੂੰ ਅੱਜ ਨਮਾਜ਼ ਅਦਾ ਕਰੇਗਾ ਤਾਂ ਤੈਨੂੰ ਕੁਝ ਖਾਣ ਲਈ ਦਿੱਤਾ ਜਾਵੇਗਾ। ਜਿਵੇਂ ਹੀ ਨਮਾਜ਼ ਦਾ ਟਾਈਮ ਹੁੰਦਾ ਹੈ, ਨਮਾਜ਼ ਦਾ ਸਮਾਂ ਹੁੰਦਾ ਹੈ, ਬਾਬਾ ਫਰੀਦ ਜੀ ਆਪਣੀ ਚਾਰਪਾਈ ਵਿਛਾਉਂਦੇ ਹਨ ਤੇ ਉਸ ਉੱਤੇ ਬੈਠ ਕੇ ਨਮਾਜ਼ ਅਦਾ ਕਰਦੇ ਹਨ। ਤੇ ਜਿਵੇਂ ਹੀ ਨਮਾਜ਼ ਅਦਾ ਕਰਕੇ ਹਟਦੇ ਹਨ, ਨਮਾਜ਼ ਖਤਮ ਹੁੰਦੀ ਹੈ, ਉਸ ਤੋਂ ਬਾਅਦ ਕੀ ਦੇਖਦੇ ਹਨ ਕਿ ਉਹਨਾਂ ਦੇ ਚਾਰਪਾਈ ਦੇ ਹੇਠਾਂ ਕੁਝ ਥੋੜੀ ਜਿਹੀ ਸ਼ੱਕਰ ਰੱਖੀ ਹੁੰਦੀ ਹੈ ਜੋ ਕਿ ਬਾਬਾ ਫਰੀਦ ਜੀ ਨੂੰ ਬਹੁਤ ਹੀ ਪਸੰਦ ਸੀ। ਤੇ ਜਦੋਂ ਉਹਨਾਂ ਦੀ ਮਾਤਾ ਜੀ ਨੇ ਕਿਹਾ ਕਿ ਨਮਾਜ਼ ਖਤਮ ਕਰਨ ਤੋਂ ਬਾਅਦ ਉਹਨਾਂ ਨੂੰ ਸ਼ੱਕਰ ਦਿੱਤੀ ਤੇ ਬਾਬਾ ਫਰੀਦ ਜੀ ਬਹੁਤ ਹੀ ਖੁਸ਼ ਹੋਏ ਤੇ ਕਹਿਣ ਲੱਗੇ ਕਿ ਮੈਨੂੰ ਰੋਜ਼ ਨਮਾਜ਼ ਅਦਾ ਕਰਨ ਦੇ ਬਦਲੇ ਸ਼ੱਕਰ ਮਿਲਿਆ ਕਰੂਗੀ। ਤੇ ਉਹਨਾਂ ਦੀ ਮਾਤਾ ਜੀ ਨੇ ਕਿਹਾ ਕਿ ਠੀਕ ਹੈ, ਤੁਸੀਂ ਆਪਣੇ ਸਮੇਂ ਮੁਤਾਬਿਕ ਨਮਾਜ਼ ਅਦਾ ਕਰਦੇ ਰਹਿਣਾ ਤੇ ਤੁਹਾਨੂੰ ਰੋਜ਼ ਸ਼ੱਕਰ ਹੀ ਮਿਲਿਆ ਕਰੂਗੀ। ਤੇ ਉਸ ਦਿਨ ਤੋਂ ਬਾਅਦ ਬਾਬਾ ਫਰੀਦ ਜੀ ਜਦੋਂ ਵੀ ਨਮਾਜ਼ ਅਦਾ ਕਰਨ ਲਈ ਬੈਠਦੇ ਸੀ ਤੇ ਉਹਨਾਂ ਦੇ ਮਾਤਾ ਜੀ ਉਹਨਾਂ ਦੇ ਚਾਰਪਾਈ ਦੇ ਕੋਲ ਹੀ ਨਮਾਜ਼ ਅਦਾ ਕਰਨ ਤੋਂ ਬਾਅਦ ਉਹਨਾਂ ਦੇ ਕੋਲ ਸ਼ੱਕਰ ਰੱਖ ਦਿੰਦੇ ਸੀ। ਤੇ ਬਾਬਾ ਫਰੀਦ ਜੀ, ਜੋ ਕਿ ਬਹੁਤ ਹੀ ਖੁਸ਼ ਹੁੰਦੇ ਸੀ ਤੇ ਸ਼ੱਕਰ ਦੇ ਲਾਲਚ ਵਿੱਚ ਆ ਕੇ ਰੱਬ ਦੀ ਇਬਾਦਤ ਕਰਦੇ ਸੀ, ਨਮਾਜ਼ ਅਦਾ ਕਰਦੇ ਸੀ ਤੇ ਉਹਨਾਂ ਨੂੰ ਬਹੁਤ ਹੀ ਵਧੀਆ ਲੱਗਦਾ ਸੀ। ਇਸ ਤਰ੍ਹਾਂ ਬਾਬਾ ਫਰੀਦ ਜੀ ਨੂੰ ਰੱਬ ਤੇ ਵੀ ਵਿਸ਼ਵਾਸ ਹੁੰਦਾ ਗਿਆ ਤੇ ਆਪਣੀ ਮਾਤਾ ਜੀ ਤੇ ਵੀ ਵਿਸ਼ਵਾਸ ਹੁੰਦਾ ਗਿਆ। ਇੱਕ ਦਿਨ ਬਾਬਾ ਫਰੀਦ ਜੀ ਆਪਣੇ ਸਮੇਂ ਮੁਤਾਬਿਕ ਨਮਾਜ਼ ਅਦਾ ਕਰਨ ਦੇ ਲਈ ਬੈਠ ਗਏ, ਪਰ ਉਹਨਾਂ ਦੀ ਮਾਤਾ ਜੀ ਆਪਣੇ ਕੰਮਾਂ ਕਾਰਾਂ ਵਿੱਚ ਵਿਅਸਤ ਸੀ ਤੇ ਉਹਨਾਂ ਨੂੰ ਯਾਦ ਭੁੱਲ ਗਿਆ ਕਿ ਸ਼ੱਕਰ ਰੱਖਣੀ ਹੈ। ਜਿਵੇਂ ਹੀ ਨਮਾਜ਼ ਖਤਮ ਹੋਣ ਲੱਗੀ ਤੇ ਬਾਬਾ ਫਰੀਦ ਜੀ ਮਾਤਾ ਜੀ ਨੇ ਸੋਚਿਆ ਕਿ ਹੁਣ ਕੀ ਕੀਤਾ ਜਾਵੇਗਾ, ਕਿ ਮੈਂ ਸ਼ੱਕਰ ਰੱਖਣਾ ਭੁੱਲ ਗਈ ਹਾਂ, ਨਹੀਂ ਤਾਂ ਜੇ ਅੱਜ ਸ਼ੱਕਰ ਨਾ ਮਿਲੀ ਤਾਂ ਬਾਬਾ ਫਰੀਦ ਨੇ ਸੋਚਣਾ ਹੈ ਕਿ ਮੈਨੂੰ ਇਹ ਸ਼ੱਕਰ ਨਹੀਂ ਮਿਲੀ, ਕਿ ਅੱਜ ਮੈਨੂੰ ਰੱਬ ਤੇ ਵਿਸ਼ਵਾਸ ਨਹੀਂ ਰਿਹਾ ਜਾਂ ਫਿਰ ਉਹ ਮੇਰੇ ਤੇ ਵਿਸ਼ਵਾਸ ਨਹੀਂ ਕਰਨਗੇ। ਇਸ ਤਰ੍ਹਾਂ ਬਾਬਾ ਫਰੀਦ ਜੀ ਮਾਤਾ ਜੀ ਜੋ ਕਿ ਸੋਚ ਰਹੇ ਹਨ ਕਿ ਕੀ ਕੀਤਾ ਜਾਵੇ, ਕਿਸ ਤਰ੍ਹਾਂ ਹੋਵੇਗਾ, ਤੇ ਕਿ ਰੱਬ ਦੇ ਅੱਗੇ ਇਬਾਦਤ ਕਰ ਰਹੇ ਹਨ ਕਿ ਰੱਬ ਜੀ, ਤੁਹਾਨੂੰ ਹੀ ਕੁਝ ਚਾਹੀਦਾ ਹੈ,
ਤੁਸੀਂ ਇਸ ਦਾ ਜੋ ਹੱਲ ਹੈ ਕੀਤਾ ਜਾਵੇ ਕਿ ਕਿਸ ਤਰ੍ਹਾਂ ਬਾਬਾ ਫਰੀਦ ਜੀ ਨੂੰ ਸ਼ੱਕਰ ਮਿਲ ਸਕੇ। ਕਿ ਮੇਰੇ ਕੋਲ ਗਲਤੀ ਹੋ ਗਈ ਹੈ, ਮੇਰੇ ਕੋਲ ਭੁੱਲ ਹੋ ਗਈ ਹੈ, ਮੈਨੂੰ ਇਹ ਖਿਆਲ ਨਹੀਂ ਰਿਹਾ ਕਿ ਮੈਂ ਸ਼ੱਕਰ ਰੱਖਣੀ ਹੈ। ਉਸ ਤੋਂ ਥੋੜ੍ਹੇ ਸਮੇਂ ਬਾਅਦ ਹੀ ਜਿਵੇਂ ਹੀ ਬਾਬਾ ਫਰੀਦ ਜੀ ਦੀ ਨਮਾਜ਼ ਖਤਮ ਹੁੰਦੀ ਹੈ, ਐਨੇ ਨੂੰ ਬਾਹਰ ਜ਼ੋਰਦਾਰ ਮੀਂਹ ਸਟਾਰਟ ਹੋ ਜਾਂਦਾ ਹੈ, ਜ਼ੋਰਦਾਰ ਬਾਰਿਸ਼ ਸ਼ੁਰੂ ਹੋ ਜਾਂਦੀ ਹੈ, ਮੀਂਹ ਹਨੇਰੀ ਬਹੁਤ ਹੀ ਜ਼ਿਆਦਾ ਸ਼ੁਰੂ ਹੋ ਜਾਂਦੀ ਹੈ। ਅਤੇ ਉਸ ਵਿੱਚ ਕੀ ਦੇਖਦੇ ਹਨ ਕਿ ਮੀਂਹ ਦੀ ਜਗ੍ਹਾ 'ਤੇ ਸ਼ੱਕਰ ਦਾ ਮੀਂਹ ਪੈ ਰਿਹਾ ਹੁੰਦਾ ਹੈ। ਜਿਵੇਂ ਹੀ ਬਾਬਾ ਫਰੀਦ ਉਹਨਾਂ ਦੇ ਮਾਤਾ ਜੀ ਬਾਹਰ ਆ ਕੇ ਮੀਂਹ ਦੇਖਦੇ ਹਨ, ਬਾਰਿਸ਼ ਦੇਖਦੇ ਹਨ, ਅਤੇ ਉਸ ਦੇ ਵਿੱਚ ਸ਼ੱਕਰ ਡਿੱਗ ਰਹੀ ਹੁੰਦੀ ਹੈ। ਇੰਨੀ ਜ਼ਿਆਦਾ ਸ਼ੱਕਰ ਹੁੰਦੀ ਹੈ ਕਿ ਬਾਬਾ ਫਰੀਦ ਜੀ ਦੇਖ ਕੇ ਬਹੁਤ ਹੀ ਖੁਸ਼ ਹੋ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਅੱਜ ਮੈਨੂੰ ਮੇਰੀ ਸ਼ੱਕਰ ਮਿਲ ਗਈ ਹੈ। ਉਸ ਸਮੇਂ ਬਾਬਾ ਫਰੀਦ ਜੀ ਮਾਤਾ ਜੀ ਜੋ ਕਿ ਸੋਚਦੇ ਹਨ ਕਿ ਰੱਬ ਦਾ ਬਹੁਤ ਹੀ ਸ਼ੁਕਰੀਆ ਅਦਾ ਕਰਦੇ ਹਨ ਕਿ ਤੁਸੀਂ ਬਾਬਾ ਫਰੀਦ ਨੂੰ ਸ਼ੱਕਰ ਦੇ ਦਿੱਤੀ ਹੈ ਅਤੇ ਮੇਰੀ ਲਾਜ ਰੱਖ ਲਈ ਹੈ। ਜੇ ਅੱਜ ਉਹਨਾਂ ਨੂੰ ਸ਼ੱਕਰ ਨਾ ਮਿਲਦੀ ਤੇ ਹੋ ਸਕਦਾ ਉਹਨਾਂ ਦਾ ਰੱਬ ਤੋਂ ਵਿਸ਼ਵਾਸ ਵੀ ਟੁੱਟ ਜਾਂਦਾ ਅਤੇ ਮੇਰੇ 'ਤੇ ਵਿਸ਼ਵਾਸ ਵੀ ਨਾ ਰਹਿੰਦਾ ਕਿ ਅੱਗੇ ਤੋਂ ਮੈਂ ਕਦੀ ਵੀ ਉਹਨਾਂ ਨੂੰ ਕਿਸੇ ਗੱਲ ਲਈ ਨਹੀਂ ਕਹਿ ਸਕਦੀ ਸੀ। ਸੋ ਤੁਸੀਂ ਅੱਜ ਮੇਰੀ ਲਾਜ ਰੱਖ ਲਈ ਹੈ। ਇਹ ਸਭ ਦੇਖ ਕੇ ਬਾਬਾ ਫਰੀਦ ਜੀ ਬਹੁਤ ਹੀ ਖੁਸ਼ ਹੋਏ ਅਤੇ ਸ਼ੱਕਰ ਖਾਣ ਲੱਗੇ। ਅਤੇ ਉਸ ਦਿਨ ਤੋਂ ਹੀ ਬਾਬਾ ਫਰੀਦ ਜੀ ਦੀ ਮਾਤਾ ਜੀ ਨੇ ਉਹਨਾਂ ਦਾ ਨਾਮ ਸ਼ੱਕਰਗੰਜ ਰੱਖ ਦਿੱਤਾ ਕਿ ਤੈਨੂੰ ਸ਼ੱਕਰ ਬਹੁਤ ਹੀ ਪਸੰਦ ਹੈ ਅਤੇ ਤੇਰਾ ਨਾਮ ਸ਼ੱਕਰਗੰਜ ਰੱਖ ਦਿੱਤਾ ਗਿਆ ਹੈ। ਅਤੇ ਉਸ ਦਿਨ ਤੋਂ ਹੀ ਮਾਤਾ ਜੀ ਉਹਨਾਂ ਨੂੰ ਸ਼ੱਕਰਗੰਜ ਦੇ ਨਾਮ ਨਾਲ ਹੀ ਪੁਕਾਰਦੇ ਸੀ। ਸੋ ਇਹ ਸੀ ਇੱਕ ਕਹਾਣੀ ਜਿਸ ਕਰਕੇ ਬਾਬਾ ਫਰੀਦ ਜੀ ਨੂੰ ਸ਼ੱਕਰਗੰਜ ਕਿਹਾ ਜਾਂਦਾ ਹੈ। ਅਤੇ ਇਸ ਨਾਲ ਇੱਕ ਹੋਰ ਕਹਾਣੀ ਵੀ ਜੁੜੀ ਹੋਈ ਹੈ ਜੋ ਕਿ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ। ਇਸ ਪਿੱਛੇ ਹੋਰ ਵੀ ਕੁਝ ਕਹਾਣੀਆਂ ਹੁੰਦੀਆਂ ਹਨ, ਪਰ ਮੇਰੇ ਕੋਲ ਜੋ ਕਹਾਣੀਆਂ ਹਨ ਉਹ ਇਹ 2 ਕਹਾਣੀਆਂ ਹੀ ਹਨ ਕਿ ਬਾਬਾ ਫਰੀਦ ਜੀ ਨੂੰ ਸ਼ੱਕਰਗੰਜ ਕਿਉਂ ਕਿਹਾ ਜਾਂਦਾ ਹੈ। ਕਹਿੰਦੇ ਹਨ ਕਿ ਇੱਕ ਵਾਰ ਬਾਬਾ ਜੀ ਨੇ ਰੋਜ਼ਾ ਰੱਖਿਆ ਹੋਇਆ ਸੀ ਅਤੇ ਰੋਜ਼ਾ ਰੱਖਣ ਤੇ ਕਰਕੇ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਮੁਰਸ਼ਿਦ ਕੋਲ ਜਾਣਾ ਹੈ ਅਤੇ ਮੁਰਸ਼ਿਦ ਕੋਲ ਜਾਣ ਦੇ ਲਈ ਲੰਬਾ ਪੈਂਡਾ ਤਾਂ ਤੈਅ ਹੀ ਕਰਨਾ ਪਵੇਗਾ। ਅਤੇ ਬਾਬਾ ਫਰੀਦ ਜੀ ਤੁਰਦੇ ਤੁਰਦੇ ਜੰਗਲਾਂ ਵਿੱਚੋਂ ਜਾਂਦੇ ਆਪਣੇ ਮੁਰਸ਼ਿਦ ਕੋਲ ਜਾ ਰਹੇ ਹੁੰਦੇ ਹਨ ਅਤੇ ਜਾਂਦੇ ਰਾਸਤੇ ਵਿੱਚ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਪਿਆਸ ਲੱਗ ਜਾਂਦੀ ਹੈ। ਭੁੱਖ ਵੀ ਬਹੁਤ ਲੱਗੀ ਹੁੰਦੀ ਹੈ ਕਿਉਂਕਿ ਉਹਨਾਂ ਨੇ ਰੋਜ਼ਾ ਰੱਖਿਆ ਹੁੰਦਾ ਹੈ। ਭੁੱਖ ਤੇ ਪਿਆਸ ਦੇ ਕਾਰਨ ਬਾਬਾ ਫਰੀਦ ਜੀ ਤੁਰੇ ਜਾ ਰਹੇ ਹਨ, ਜੰਗਲ ਦੇ ਵਿੱਚੋਂ ਲੰਘ ਰਹੇ ਹਨ ਅਤੇ ਠੋਕਰ ਖਾ ਕੇ ਹੇਠਾਂ ਡਿੱਗ ਜਾਂਦੇ ਹਨ। ਜਦੋਂ ਹੇਠਾਂ ਡਿੱਗਦੇ ਹਨ ਅਤੇ ਉਹਨਾਂ ਦੇ ਮੂੰਹ ਵਿੱਚ ਕੁਛ ਰੇਤਾ, ਕੁਛ ਮਿੱਟੀ, ਕੁਛ ਰੋੜੇ ਪੈ ਜਾਂਦੇ ਹਨ ਅਤੇ ਜਦੋਂ ਉੱਠਦੇ ਹਨ ਅਤੇ ਦੇਖਦੇ ਹਨ ਕਿ ਮੂੰਹ ਦੇ ਵਿੱਚ ਮਿੱਟੀ ਚਲੇ ਗਈ ਹੈ, ਕੁਛ ਪੱਥਰ ਛੋਟੇ ਛੋਟੇ ਚਲੇ ਗਏ ਹਨ, ਪਰ ਉਹਨਾਂ ਨੂੰ ਉਸ ਰੇਤਾ, ਮਿੱਟੀ ਅਤੇ ਪੱਥਰ ਦਾ ਸਵਾਦ ਜੋ ਆ ਰਿਹਾ ਹੁੰਦਾ ਹੈ ਉਹ ਸ਼ੱਕਰ ਵਰਗਾ ਆ ਰਿਹਾ ਹੁੰਦਾ ਹੈ। ਉਹਨਾਂ ਨੂੰ ਇੰਝ ਲੱਗ ਰਿਹਾ ਹੁੰਦਾ ਹੈ ਕਿ ਜੋ ਸ਼ੱਕਰ ਖਾ ਰਹੇ ਹਨ। ਅਤੇ ਉੱਠਦੇ ਹਨ, ਫਿਰ ਆਪਣੇ ਬਸਤਰ ਸਾਫ਼ ਕਰਕੇ ਫਿਰ ਉੱਠ ਕੇ ਫਿਰ ਆਪਣੇ ਮੁਰਸ਼ਿਦ ਵੱਲ ਨੂੰ ਚਲੇ ਜਾਂਦੇ ਹਨ। ਜਿਵੇਂ ਹੀ ਆਪਣੇ ਮੁਰਸ਼ਿਦ ਦੇ ਕੋਲ ਪਹੁੰਚਦੇ ਹਨ ਅਤੇ ਉੱਥੇ ਜਾ ਕੇ ਉਹਨਾਂ ਨੂੰ ਦੱਸਦੇ ਹਨ ਕਿ ਰਾਸਤੇ ਵਿੱਚ ਇਸ ਤਰ੍ਹਾਂ ਮੈਂ ਡਿੱਗ ਗਿਆ ਸੀ ਅਤੇ ਮੇਰੇ ਮੂੰਹ ਵਿੱਚ ਜੋ ਮਿੱਟੀ, ਰੇਤਾ, ਸ਼ੱਕਰ ਚਲੇ ਗਈ ਸੀ ਅਤੇ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੇਰੇ ਮੂੰਹ ਵਿੱਚ ਜਿਵੇਂ ਸ਼ੱਕਰ ਹੀ ਹੋਵੇ, ਮੈਂ ਸ਼ੱਕਰ ਖਾ ਰਿਹਾ ਹੋਵਾਂਗਾ। ਅਤੇ ਉਹਨਾਂ ਦੇ ਮੁਰਸ਼ਿਦ ਨੇ ਉਸ ਵੇਲੇ ਕਿਹਾ ਕਿ ਤੁਹਾਡਾ ਨਾਮ ਅੱਜ ਤੋਂ ਸ਼ੱਕਰਗੰਜ ਰੱਖ ਦਿੱਤਾ ਗਿਆ ਹੈ ਕਿਉਂਕਿ ਤੁਹਾਨੂੰ ਸ਼ੱਕਰ ਬਹੁਤ ਹੀ ਜ਼ਿਆਦਾ ਪਸੰਦ ਹੈ। ਸੋ ਤੁਹਾਡੇ ਨਾਲ ਜੋ ਅੱਜ ਵਾਪਰਿਆ ਹੈ ਉਹ ਸਭ ਇਸ ਕਰਕੇ ਹੋਇਆ ਹੈ ਕਿਉਂਕਿ ਤੁਹਾਨੂੰ ਸ਼ੱਕਰ ਬਹੁਤ ਹੀ ਜ਼ਿਆਦਾ ਪਸੰਦ ਹੈ। ਇਸ ਕਰਕੇ ਤੁਹਾਨੂੰ ਮਿੱਟੀ ਵੀ ਸ਼ੱਕਰ ਹੀ ਦਿਖਾਈ ਦੇ ਰਹੀ ਸੀ। ਤੁਹਾਡੇ ਅੰਦਰ ਤਾਂ ਮਿੱਟੀ ਗਈ ਸੀ, ਰੋੜੇ ਗਏ ਸੀ, ਪਰ ਤੁਹਾਨੂੰ ਉਹ ਸ਼ੱਕਰ ਦੇ ਰੂਪ ਵਿੱਚ ਹੀ ਸਵਾਦ ਆ ਰਿਹਾ ਸੀ। ਇਸ ਕਰਕੇ ਉਹਨਾਂ ਦਾ ਨਾਮ, ਬਾਬਾ ਫਰੀਦ ਜੀ ਦਾ ਨਾਮ ਸ਼ੱਕਰਗੰਜ ਰੱਖ ਦਿੱਤਾ ਗਿਆ। ਅਤੇ ਹੌਲੀ ਹੌਲੀ ਉਹਨਾਂ ਦੇ ਮਾਤਾ ਜੀ, ਉਹਨਾਂ ਦੇ ਮੁਰਸ਼ਿਦ ਜੀ ਜੋ ਕਿ ਉਹਨਾਂ ਨੂੰ ਸ਼ੱਕਰਗੰਜ ਨਾਮ ਤੋਂ ਪੁਕਾਰਦੇ ਸੀ, ਅਤੇ ਹੌਲੀ ਹੌਲੀ ਸਭ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਅਤੇ ਉਹ ਵੀ ਬਾਬਾ ਫਰੀਦ ਜੀ ਨੂੰ ਸ਼ੱਕਰਗੰਜ ਦੇ ਨਾਮ ਨਾਲ ਜਾਣਨ ਲੱਗ ਗਏ। ਅਤੇ ਅੱਜ ਕੱਲ੍ਹ ਵੀ ਬਾਬਾ ਫਰੀਦ ਜੀ ਨੂੰ ਬਾਬਾ ਫਰੀਦ ਜੀ ਦੇ ਨਾਮ ਨਾਲ ਸ਼ੱਕਰਗੰਜ ਜ਼ਰੂਰ ਲੱਗਿਆ ਹੁੰਦਾ ਹੈ। ਅਸੀਂ ਬਾਬਾ ਫਰੀਦ ਜੀ ਨੂੰ ਸ਼ੱਕਰਗੰਜ ਨਾਮ ਨਾਲ ਹੀ ਜਾਣਦੇ ਹਾਂ। ਸੋ ਇਸ ਨਾਲ ਇਹ ਕਹਾਣੀ ਸੀ ਜੋ ਜੁੜੀ ਹੋਈ ਸੀ, ਜੋ ਤੁਹਾਡੇ ਨਾਲ ਸਾਂਝੀ ਕੀਤੀ ਹੈ। ਜੇ ਤੁਹਾਨੂੰ ਲੱਗ ਰਿਹਾ ਹੈ ਇਸ ਨਾਲ ਕੁਝ ਹੋਰ ਕਹਾਣੀ ਵੀ ਜੁੜੀ ਹੋਈ ਹੈ, ਜੇ ਤੁਹਾਨੂੰ ਪਤਾ ਹੈ ਕੁਝ ਇਤਿਹਾਸ ਵਿੱਚ ਕੁਝ ਵਕ ਦਿੱਤਾ ਗਿਆ ਹੋਵੇਗਾ ਜਾਂ ਫਿਰ ਕੁਝ ਹੋਰ ਕਹਾਣੀ ਹੋਵੇਗੀ ਜਿਸ ਨਾਲ ਬਾਬਾ ਜੀ ਦਾ ਨਾਮ ਸ਼ੱਕਰਗੰਜ ਰੱਖਿਆ ਗਿਆ ਹੋਵੇਗਾ, ਸੋ ਸਾਡੇ ਨਾਲ ਇਹ ਕਹਾਣੀ ਜ਼ਰੂਰ ਸ਼ੇਅਰ ਕਰਨਾ। ਜੇ ਇਸ ਤੋਂ ਇਲਾਵਾ ਤੁਹਾਡੇ ਕੋਲ ਕੋਈ ਹੋਰ ਕਹਾਣੀ ਵੀ ਹੈ ਸਾਡੇ ਨਾਲ ਤੁਸੀਂ ਸ਼ੇਅਰ ਕਰ ਸਕਦੇ ਹੋ। ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਕਮੈਂਟ ਕਰ ਸਕਦੇ ਹੋ ਕਿ ਕੀ ਕਹਾਣੀ ਹੈ, ਬਾਬਾ ਫਰੀਦ ਜੀ ਦਾ ਸ਼ੱਕਰਗੰਜ ਨਾਮ ਕਿਉਂ ਰੱਖਿਆ ਗਿਆ ਸੀ। ਜੈ ਵੀਰਾਂ ਦੀ।